ਵਗਦੇ ਪਾਣੀਆਂ ਦਾ ਸੰਗੀਤ। ਨਾਨੀ ਮਾਂ ਕਿ ਨਾਨੀ ਸੱਸ। ਅੱਜ ਜਦ ਮੈਂ ਪਿੱਛੇ ਮੁੜ ਕੇ ਕੁਝ ਬੀਤੇ ਹੋਏ ਪਲ ਯਾਦ ਕਰਦੀ ਹਾਂ ਤਾਂ ਸੋਚਦੀ ਹਾਂ ਕਿ ਮੈਂ ਕੀ ਪਾਇਆ ਸੀ ਅਤੇ ਕੀ ਗਵਾਇਆ ਹੈ। ਜ਼ਿੰਦਗੀ ਵਿੱਚ ਕਿੰਨੀ ਕੁ ਵਾਰੀ ਕਿਸੇ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਆਪਣੇ ਮਹਿਬੂਬ ਕਲਾਕਾਰ ਜਾਂ ਕਿਸੇ ਨਾਮਵਰ ਸ਼ਖਸੀਅਤ ਨੂੰ ਆਪਣੇ ਰੂਬਰੂ ਵੇਖੇ ਜਾਂ ਮਿਲ ਸਕੇ। ਉਹ ਕਲਾਕਾਰ ਮਸ਼ਹੂਰ ਅਤੇ ਮਹਾਨ ਹਸਤੀ ਜਿਹਦੇ ਗੀਤ ਗਾ ਗਾ ਕੇ ਮੈਂ ਪਲੀ ਅਤੇ ਵੱਡੀ ਹੋਈ। ਸੰਗੀਤ ਕੀ ਹੈ? ਉਸ ਨੂੰ ਬਿਨਾਂ ਸਮਝਿਆਂ ਉਹ ਸੁਰੀਲੇ ਗੀਤ ਗਾਉਂਦੀ ਰਹੀ ਜਿਨ੍ਹਾਂ ਦੀ ਧੁਨ ਰੂਹ ਨੂੰ ਸਰਾਬੋਰ ਕਰਦੀ ਸੀ। ਅੱਜ ਮੈਂ ਉਸ ਨੂੰ ਮਿਲਣ ਜਾ ਰਹੀ ਸੀ। ਮੈਂ ਕਿਤਨੀ ਖੁਸ਼ ਨਸੀਬ ਹਾਂ। ਅਮਨ ਨੇ ਪਹਿਲੀ ਵਾਰ ਮੈਨੂੰ ਦੱਸਿਆ ਕਿ ਸੁਰਿੰਦਰ ਕੌਰ ਗੀਤਾਂ ਦੀ ਮਲਕਾ ਉਸਦੀ ਨਾਨੀ ਹੈ। ਮੈਂ ਤਾਂ ਖੁਸ਼ੀ ਨਾਲ ਚੀਕਾਂ ਮਾਰਨ ਲੱਗ ਪਈ। ਅਮਨ ਨੇ ਦੱਸਿਆ ਕਿ ਮੈਂ ਅੱਜ ਤੈਨੂੰ ਨਾਨੀ ਨਾਲ ਮਿਲਾਉਣ ਲਈ ਲੈ ਕੇ ਜਾ ਰਿਹਾ ਹਾਂ। ਮੇਰੀ ਇੱਛਾ ਆਪਣੀ ਚਹੇਤੀ ਕਲਾਕਾਰ ਨੂੰ ਵੇਖਣ ਲਈ ਮਚਲ ਰਹੀ ਸੀ ਅਤੇ ਮੈਂ ਅੰਦਰੋਂ ਅੰਦਰ ਸੋਚ ਰਹੀ ਸੀ ਕਿ ਮੈਂ ਕਿਵੇਂ ਉਹਨੂੰ ਮਿਲਾਂਗੀ ਵਗੈਰਾ ਵਗੈਰਾ। ਉਹ ਮੈਨੂੰ ਕਿਵੇਂ ਮਿਲੇਗੀ? ਇਹ ਕੀ ਪਤਾ ਸੀ ਕਿ ਉਹ ਤਾਂ ਮੁਹੱਬਤ ਦਾ ਇੱਕ ਦਰਿਆ ਸੀ ਜੋ ਪਿਆਰ ਹੀ ਪਿਆਰ ਖਲੇਰਦੀ ਅਤੇ ਵੰਡਦੀ ਰਹਿੰਦੀ ਸੀ। ਇਹ ਮੇਰੀ ਸੋਚ ਤੋਂ ਬਾਹਰ ਸੀ ਕਿ ਉਹ ਮੈਨੂੰ ਇਤਨਾ ਲਾਡ ਅਤੇ ਪਿਆਰ ਦੇਵੇਗੀ। ਉਹ ਪੂਰਨ ਰੂਪ ਵਿੱਚ ਇੱਕ ਪੰਜਾਬੀ ਨਾਰੀ ਸੀ, ਲੋਕਾਂ ਲਈ ਇੱਕ ਮਸ਼ਹੂਰ ਕਲਾਕਾਰ, ਪਰ ਆਪਣੇ ਘਰ ਵਿੱਚ ਸੁਘੜ ਸੁਆਣੀ, ਇੱਕ ਮਾਂ, ਇੱਕ ਨਾਨੀ ਅਤੇ ਫਿਰ ਪੜਨਾਨੀ ਵੀ। ਮੇਰੀ ਨਾਨੀ ਸੱਸ ਜੋ ਮੈਨੂੰ ਮਾਵਾਂ ਤੋਂ ਵੱਧ ਪਿਆਰ ਕਰਦੀ ਸੀ। ਉਹ ਆਪਣੇ ਸਾਰੇ ਰਿਸ਼ਤਿਆਂ ਨੂੰ ਕਿੰਨੀ ਖੂਬਸੂਰਤੀ ਨਾਲ ਨਿਭਾਉਂਦੀ ਸੀ। ਇਹ ਤਾਂ ਇੱਕ ਕਮਾਲ ਦੀ ਗੱਲ ਸੀ। ਮੇਰੀ ਪਹਿਲੀ ਮੁਲਾਕਾਤ ਸਾਲ 2000 ਵਿੱਚ ਸੁਨੈਣੀ ਦੀਦੀ ਦੀ ਸ਼ਾਦੀ ਤੇ ਹੋਈ ਸੀ। ਮੈਂ ਬਹੁਤ ਚੱਕ ਰਹੀ ਸੀ ਅਤੇ ਸ਼ਰਮਾ ਵੀ ਰਹੀ ਸੀ। ਸਾਡੀ ਬੜੀ ਸਾਧਾਰਨ ਮੁਲਾਕਾਤ ਹੋਈ, ਪਰ ਕੁਝ ਹੀ ਘੰਟਿਆਂ ਬਾਅਦ ਨਾਨੀ ਇੱਕ ਸ਼ਰਾਰਤੀ, ਪਿਆਰ ਨਾਲ ਭਰੀ ਹੋਈ ਅਤੇ ਖੁੱਲ੍ਹੇ ਸੁਭਾਅ ਦੀ ਜਾਪੀ। ਮੈਨੂੰ ਯਾਦ ਹੈ ਕਿ ਉਹ ਕਿਵੇਂ ਆਪਣੀ ਦੋਤੀ ਦੀ ਸ਼ਾਦੀ ਦੀ ਖੁਸ਼ੀ ਮਨਾ ਰਹੀ ਸੀ। ਹਾਲੇ ਮੈਂ ਉਸਨੂੰ ਪੂਰੀ ਤਰ੍ਹਾਂ ਨਹੀਂ ਸਾਂ ਸਮਝੀ, ਪਰ ਮੇਰੀ ਦੂਸਰੀ ਮੁਲਾਕਾਤ ਵਿੱਚ ਕੁਝ ਰਹਿ ਨਾ ਜਾਵੇ, ਉਸਨੇ ਮੈਨੂੰ ਇਤਨਾ ਪਿਆਰ ਦਿੱਤਾ ਕਿ ਸਭ ਕੁਝ ਹੀ ਨਿਛਾਵਰ ਕਰ ਦਿੱਤਾ। ਮੇਰੇ ਵਾਪਸ ਤੁਰਨ ਵੇਲੇ ਮੇਰੇ ਹੱਥ ਵਿੱਚ ਇੱਕ ਪਿਆਰ ਦਾ ਤੋਹਫਾ ਦਿੱਤਾ, ਨਾਲ ਕੁਝ ਇੰਜ ਆਖਿਆ ਜੋ ਮੇਰੇ ਲਈ ਸਦਾ ਲਈ ਇੱਕ ਖਜ਼ਾਨਾ ਬਣ ਗਿਆ ਸੀ। ਮੈਨੂੰ ਅਹਿਸਾਸ ਹੋਇਆ ਕਿ ਉਹ ਕਿਤਨੀ ਵੱਡੀ ਸੋਚ ਦੀ ਮਾਲਿਕ ਹੈ। ਨੂੰਹਾਂ ਧੀਆਂ ਕਦੀ ਘਰੋਂ ਖਾਲੀ ਹੱਥ ਨਹੀਂ ਤੋਰੀਦੀਆਂ। ਇਸ ਰੀਤ ਨੂੰ ਉਸਨੇ ਆਪਣੇ ਆਖਰੀ ਦਮ ਤੱਕ ਨਿਭਾਇਆ। 2002 ਵਿੱਚ ਮੇਰੀ ਸ਼ਾਦੀ ਅਮਨ ਨਾਲ ਹੋ ਗਈ। ਅਸੀਂ ਉਸਨੂੰ ਦਿੱਲੀ ਮਾਲ ਰੋਡ ਮਿਲਣ ਗਏ ਤਾਂ ਨਾਨੀ ਚੱਲਿਆਂ ਵਾਂਗ ਮੈਨੂੰ ਲਾਡ ਕਰ ਰਹੀ ਸੀ। ਗੱਲ ਗੱਲ ਉੱਤੇ ਮੇਰਾ ਮੱਥਾ ਚੁੰਮ ਕੇ ਮੈਨੂੰ ਕਹਿੰਦੀ, ਮਾਂ ਸਦਕੇ। ਮੈਂ ਅਮਨ ਨੂੰ ਪੁੱਛਿਆ, ਨਾਨੀ ਸਭ ਨੂੰ ਹੀ ਇਸੇ ਤਰ੍ਹਾਂ ਲਾਡ ਕਰਦੀ ਹੈ ਜਾਂ ਇਹ ਮੇਰੀ ਖੁਸ਼ਕਿਸਮਤੀ ਹੈ? ਅਮਨ ਨੇ ਬੜੇ ਮਾਣ ਨਾਲ ਜਵਾਬ ਦਿੱਤਾ, ਮੇਰੀ ਨਾਨੀ ਹੈ ਹੀ ਐਸੀ, ਸਭ ਨੂੰ ਏਦਾਂ ਹੀ ਪਿਆਰ ਕਰਦੀ ਹੈ। ਅਮਨ ਨੇ ਫਿਰ ਦੱਸਿਆ, ਸਾਡੇ ਵਿਆਹ ਦੀ ਪਹਿਲੀ ਅਰਦਾਸ ਵੀ ਉਸੇ ਨੇ ਹੀ ਕੀਤੀ ਸੀ। ਮੈਂ ਹਮੇਸ਼ਾ ਉਡੀਕਦੀ ਸੀ ਕਿ ਨਾਨੀ ਮਾਂ ਆਪਣੀ ਜ਼ਿੰਦਗੀ ਦੀ ਕੋਈ ਗੱਲਬਾਤ ਸੁਣਾਏ, ਕਿਉਂਕਿ ਉਹ ਗੱਲਾਂ ਬੜੀਆਂ ਚੁਸਕੀਆਂ ਲੈ ਕੇ ਸੁਣਾਉਂਦੀ ਸੀ। ਫਿਰ ਮੇਰੀ ਸ਼ਾਦੀ ਦੇ ਬਾਅਦ ਤਾਂ ਮੈਂ ਉਹਦੇ ਪਿਆਰ ਦਾ ਇੱਕ ਬੜਾ ਨਿੱਘਾ ਮੋਹ ਹਾਸਿਲ ਕੀਤਾ। ਉਹ ਮੈਨੂੰ ਹਮੇਸ਼ਾ ਕਹਿੰਦੀ ਸੀ, ਤੂੰ ਮੈਨੂੰ ਮੇਰੀ ਨੰਦੀ ਵਰਗੀ ਲੱਗਣੀ ਹੈ। ਉਹ ਵੀ ਮੇਕਅਪ ਬਿਲਕੁਲ ਨਹੀਂ ਕਰਦੀ, ਤੇਰੇ ਜਿਹੀ ਸਾਦੀ ਮੁਰਾਦੀ ਹੈ। ਤੂੰ ਮੈਨੂੰ ਬੜੀ ਚੰਗੀ ਲੱਗਦੀ ਹੈ। ਮੈਨੂੰ ਇਹ ਇੱਕ ਪਰਫੈਕਟ ਇਨਸਾਨ ਲੱਗਦੀ ਸੀ। ਆਪਣੀਆਂ ਚੀਜ਼ਾਂ ਟਿਕਾਣੇ ਉੱਤੇ ਰੱਖਣੀਆਂ, ਤਰੀਕੇ ਨਾਲ ਜਿੱਥੋਂ ਚੁੱਕਣੀਆਂ ਉੱਥੇ ਹੀ ਵਾਪਸ ਟਿਕਾਣੀਆਂ, ਖੜਖੜ ਕਰਦੇ ਕੱਪੜੇ ਪਾਉਣੇ, ਕਦੀ ਵੱਟੋ ਵੱਟ ਅਨਪ੍ਰੈਸਡ ਕੱਪੜਿਆਂ ਵਿੱਚ ਮੈਂ ਉਸਨੂੰ ਨਹੀਂ ਸੀ ਵੇਖਿਆ। ਅਤੇ ਸਭ ਤੋਂ ਖਾਸ ਗੱਲ, ਉਹ ਆਪਣੇ ਕੱਪੜੇ ਹਮੇਸ਼ਾ ਆਪ ਹੀ ਪ੍ਰੈਸ ਕਰਦੀ ਸੀ। ਮੈਨੂੰ ਹਮੇਸ਼ਾ ਕਹਿੰਦੀ ਸੀ, ਤੂੰ ਬਿੰਦੀ ਸੰਦੂਰ ਲਾਇਆ ਕਰ, ਕੱਜਲ ਤੇ ਲਿਪਸਟਿਕ ਵੀ ਲਾਇਆ ਕਰ। ਨੂੰਹਾਂ ਧੀਆਂ ਦਾ ਬਣ ਠਣ ਕੇ ਰਹਿਣਾ ਹੀ ਚੰਗਾ ਲੱਗਦਾ। ਆਪ ਵੀ ਹਮੇਸ਼ਾ ਬਣ ਠਣ ਕੇ ਰਹਿੰਦੀ ਸੀ। ਉਹ ਦੱਸਦੀ ਸੀ ਕਿ ਇੱਕ ਵਾਰੀ ਉਹ ਬੜੀ ਤਿਆਰ ਸ਼ਿਆਰ ਹੋ ਕੇ ਕਿਤੇ ਗਈ। ਜਿਨ੍ਹਾਂ ਨੇ ਸਨਮਾਨ ਲਈ ਬੁਲਾਇਆ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਗੱਲ ਹੀ ਇਹ ਕਹੀ, ਬੀਬੀ ਸੁਰਿੰਦਰ ਕੌਰ ਬਹੁਤ ਸਾਦ ਮੁਰਾਦੀ ਹੈ। ਇਹ ਗੱਲ ਸੁਣ ਕੇ ਬਹੁਤ ਹੱਸ ਕੇ ਸੁਣਾਉਂਦੀ ਸੀ। ਮੈਂ ਤਾਂ ਪੂਰਾ ਮੇਕਅਪ ਕਰਕੇ ਗਈ ਸਾਂ,
ਉਹਨਾਂ ਤਾਂ ਵੇਖਿਆ ਹੀ ਨਹੀਂ। ਆਪਣੇ ਬੱਚਿਆਂ ਨੂੰ ਸੋਹਣਾ ਬਣਿਆ ਵੇਖ ਕੇ ਬਹੁਤ ਲਾਡ ਪਿਆਰ ਕਰਦੀ ਸੀ ਅਤੇ ਉਸ ਦਾ ਫੇਵਰਿਟ ਅਖਾਣ ਸੀ ਮਾਂ ਸਦਕੇ। ਉਸ ਦੇ ਮੂੰਹ ਤੋਂ ਫੁੱਲਾਂ ਵਾਂਗੂ ਕਿਰਦਾ ਸੀ। ਇੱਕ ਹੋਰ ਖਾਸ ਗੱਲ ਸੀ ਜੋ ਸ਼ਾਇਦ ਸਾਰੇ ਬਜ਼ੁਰਗ ਆਪਣੀ ਵੱਡੀ ਉਮਰ ਵਿੱਚ ਆ ਕੇ ਕਰਦੇ ਨੇ, ਬਹੁਤ ਪਾਠ ਪੂਜਾ ਕਰਦੀ ਸੀ। ਗੁਰੂ ਗ੍ਰੰਥ ਸਾਹਿਬ ਇੱਕ ਸਾਲ ਵਿੱਚ 2 ਵਾਰੀ ਪੂਰਾ ਪੜ੍ਹਦੀ ਸੀ। ਇੱਕ ਪਾਠ ਸਾਰੇ ਪਰਿਵਾਰ ਦੇ ਨਾਮ ਅਤੇ ਦੂਜਾ ਸਾਰੇ ਦੋਸਤ ਮਿੱਤਰਾਂ ਦੀ ਸਿਹਤ ਦੇ ਨਾਮ ਹੁੰਦਾ ਸੀ। ਅਰਦਾਸ ਤਾਂ ਇਤਨੀ ਲੰਮੀ ਹੁੰਦੀ ਸੀ ਕਿ ਜਿਸ ਵਿੱਚ ਸਾਰੇ ਜਹਾਨ ਦੀਆਂ ਸੁੱਖਾਂ ਮੰਗਦੀ ਸੀ। ਕਿਸੇ ਦੀ ਸਿਹਤ ਦੀ ਦੁਆ, ਕਿਸੇ ਦੀ ਨੌਕਰੀ ਵਿੱਚ ਤਰੱਕੀ, ਕਿਸੇ ਦੇ ਬੱਚਿਆਂ ਦੀ ਸੁੱਖ, ਕਿਸੇ ਦੇ ਘਰ ਦੀ ਸੁੱਖ ਸ਼ਾਂਤੀ। ਇੱਕ ਇੱਕ ਪਰਿਵਾਰ ਦੇ ਜੀ ਦਾ ਨਾਮ ਲੈ ਕੇ ਅਰਦਾਸ ਹੁੰਦੀ ਸੀ। ਕਈ ਵਾਰੀ ਤਾਂ ਰੋ ਰੋ ਕੇ ਸੁੱਖਾਂ ਮੰਗਦੀ ਵੀ ਮੈਂ ਉਸ ਨੂੰ ਵੇਖਿਆ ਹੈ। ਮੇਰੇ ਵਾਸਤੇ ਵੀ ਉਸਨੇ ਬਾਲ ਬੱਚੇ ਦੀ ਦੁਆ ਮੰਗੀ ਸੀ ਜਦੋਂ 2 ਸਾਲ ਮੇਰੇ ਘਰ ਹਾਲੇ ਕੋਈ ਬਾਲ ਨਹੀਂ ਸੀ ਹੋਇਆ। ਇੱਕ ਬੜਾ ਪਾਏਦਾਰ ਟੋਟਕਾ ਵੀ ਉਸਨੇ ਮੈਨੂੰ ਦੱਸਿਆ ਸੀ ਅਤੇ ਫਿਰ ਮੇਰੇ ਘਰ ਪੁੱਤਰ ਜੰਮਿਆ ਸੀ। ਉਸ ਦੀ ਦੋਤਰਿਓ ਨਾਨੀ ਬਣਨ ਦੀ ਖੁਸ਼ੀ ਬਿਆਨ ਕਰਨੀ ਬਹੁਤ ਮੁਸ਼ਕਿਲ ਹੈ। ਬੱਚੇ ਨੂੰ ਪਾਲਣ ਦੇ ਸਹੀ ਤਰੀਕੇ ਦੱਸਦੀ ਅਤੇ ਤਾਕੀਦ ਕਰਦੀ ਕਿ ਇਸ ਨੂੰ ਕਿਵੇਂ ਪਾਲਣਾ ਹੈ, ਕੀ ਚਾਹੀਦਾ ਹੈ ਅਤੇ ਕਹਿੰਦੀ ਮਾਲਿਸ਼ ਮੈਂ ਕਰਕੇ ਵਿਖਾਵਾਂਗੀ ਕਿਵੇਂ ਕਰੀਦੀ ਹੈ। ਡੌਲੀ ਮਾਂ ਦਾ ਬੜਾ ਦਿਲ ਕਰਦਾ ਸੀ ਕਿ ਨਾਨੀ ਦਾ 75ਵਾਂ ਜਨਮ ਦਿਨ ਉਹ ਬੜੀ ਧੂਮ-ਧਾਮ ਨਾਲ ਮਨਾਵੇ। ਇੱਕ ਐਸਾ ਜਸ਼ਨ ਜੋ ਦੁਨੀਆ ਯਾਦ ਕਰੇ ਕਿ ਧੀ ਨੇ ਮਾਂ ਦਾ ਜਨਮ ਦਿਨ ਕਿਵੇਂ ਸਾਰੀ ਦੁਨੀਆ ਨਾਲ ਰਲ ਕੇ ਮਨਾਇਆ ਹੈ। ਉਹ ਇੱਕ ਬੜਾ ਵੱਡਾ ਇਵੈਂਟ ਸੀ। ਇੰਤਜ਼ਾਮ ਤੋਂ ਵੱਧ ਵੱਡੇ ਸਨ ਉਸਦੇ ਜਜ਼ਬਾਤ ਅਤੇ ਸਭ ਤੋਂ ਵੱਡੀ ਗੱਲ ਸੀ ਨਾਨੀ ਮਾਂ ਲਈ ਇੱਕ ਸਰਪ੍ਰਾਈਜ਼। ਉਸੇ ਹੀ ਦਿਨ ਦੋਵੇਂ ਮਾਸੀਆਂ ਅਮਰੀਕਾ ਤੋਂ ਆਈਆਂ ਸਨ। ਉਹਨਾਂ ਨੂੰ ਵੇਖ ਕੇ ਨਾਨੀ ਬਹੁਤ ਹੈਰਾਨ ਅਤੇ ਖੁਸ਼ ਹੋਈ, ਪਰ ਫਿਰ ਵੀ ਇਸ ਜਸ਼ਨ ਬਾਰੇ ਉਸਨੂੰ ਕੁਝ ਨਹੀਂ ਸੀ ਪਤਾ। ਆਪਣੀਆਂ ਬੇਟੀਆਂ ਨੂੰ ਵੇਖ ਵੇਖ ਕੇ ਨਾਨੀ ਦੇ ਮੂੰਹ ਦੀ ਰੌਣਕ ਵੇਖਦਿਆਂ ਹੀ ਬਣਦੀ ਸੀ। ਉਸਨੇ ਡੌਲੀ ਮਾਂ ਨੂੰ ਘੁੱਟ ਕੇ ਜੱਫੀ ਪਾ ਕੇ ਪਿਆਰ ਕੀਤਾ ਅਤੇ ਉਹਦਾ ਸ਼ੁਕਰੀਆ ਅਦਾ ਕੀਤਾ। ਉਹ ਹਾਲੇ ਇਹੀ ਸੋਚ ਰਹੀ ਸੀ ਕਿ ਸ਼ਾਮ ਨੂੰ ਘਰ ਪਾਰਟੀ ਹੈ ਅਤੇ ਸਭ ਲਈ ਨਵੇਂ ਕੱਪੜੇ ਆਏ ਨੇ ਜੋ ਡੌਲੀ ਨੇ ਸਾਰਿਆਂ ਲਈ ਬਣਵਾਏ ਨੇ। ਸਭ ਨੂੰ ਦੱਸਦੀ ਫਿਰਦੀ ਸੀ ਮੇਰੀ ਧੀ ਬਹੁਤ ਵੱਡੇ ਦਿਲ ਵਾਲੀ ਹੈ, ਪਿਓ ਤੇ ਗਈ ਹੈ। ਸਾਰਿਆਂ ਦੀਆਂ ਅੱਖਾਂ ਉਸਦੇ ਪਿਆਰ ਨੂੰ ਵੇਖ ਕੇ ਨਮ ਹੋ ਗਈਆਂ ਸਨ। ਅਸੀਂ ਸਵੇਰ ਤੋਂ ਹੀ ਖੱਪ ਪਾਈ ਹੋਈ ਸੀ। ਕੋਈ ਫੁੱਲ ਲਿਆ ਰਿਹਾ ਸੀ, ਕੋਈ ਮਿਠਾਈਆਂ। ਉਹ ਨਹੀਂ ਸੀ ਜਾਣਦੀ ਕਿ ਉਹ ਇੱਕ ਅਨਮੋਲ ਕੋਇਲ ਹੈ, ਕੋਕਿਲਾ ਜਿਸ ਦੀ ਸੁਰੀਲੀ ਕੂਕ ਸਾਰੀ ਦੁਨੀਆ ਵਿੱਚ ਸੰਗੀਤ ਪ੍ਰੇਮੀਆਂ ਨੂੰ ਮੋਹਿਤ ਕਰਦੀ ਸੀ। ਉਸਨੂੰ ਤਾਂ ਉਸ ਵੇਲੇ ਸਿਰਫ ਆਪਣਾ ਪਰਿਵਾਰ ਹੀ ਦਿਸ ਰਿਹਾ ਸੀ ਤੇ ਉਹ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੀ ਸੀ। ਇਸ ਖੂਬਸੂਰਤ ਸ਼ਾਮ ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਕਲਾਗ੍ਰਾਮ ਵਿਖੇ 15-20 ਹਜ਼ਾਰ ਸਰੋਤਿਆਂ ਅੱਗੇ ਨਾਨੀ ਨੂੰ ਅਸੀਂ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਫਿਰ ਡੌਲੀ ਮਾਂ ਨੇ ਉਹ ਲੋਰੀ ਗਾਈ ਜਿਸ ਨਾਲ ਨਾਨੀ ਉਸਨੂੰ ਬਚਪਨ ਵਿੱਚ ਸੁਲਾਉਂਦੀ ਸੀ। ਲੋਰੀ ਸੁਣ ਕੇ ਨਾਨੀ ਬਹੁਤ ਇਮੋਸ਼ਨਲ ਹੋ ਗਈ ਸੀ। ਇੱਕ ਦਿਨ ਨਾਨੀ ਬਿਮਾਰ ਹੋ ਗਈ। ਉਸਨੂੰ ਅਧਰੰਗ ਹੋ ਗਿਆ ਸੀ। ਮੈਂ ਕੁਦਰਤੀ ਉਸ ਦਿਨ ਉੱਥੇ ਹੀ ਸੀ। ਹਸਪਤਾਲ ਵਿੱਚ 5 ਦਿਨ ਉਸਨੇ ਬਹੁਤ ਦਲੇਰੀ ਨਾਲ ਕੱਟੇ। ਜਦੋਂ ਹੋਸ਼ ਆਇਆ ਉਸਨੂੰ ਕੁਝ ਗੱਲਾਂ ਯਾਦ ਨਹੀਂ ਆ ਰਹੀਆਂ ਸਨ, ਪਰ ਖਾਣਾ ਵੇਖ ਕੇ ਕਹਿਣ ਲੱਗੀ, ਬੱਚਾ ਤੂੰ ਕੁਝ ਖਾ ਲੈ। ਉਸਦੀ ਮਹਿਮਾਨ ਨਵਾਜ਼ੀ ਹਾਲੇ ਵੀ ਕਾਇਮ ਸੀ। ਡੌਲੀ ਮਾਂ ਨੇ ਨਾਨੀ ਨੂੰ ਰਾਜ਼ੀ ਕਰਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਉਸਨੂੰ ਹਰ ਤਰ੍ਹਾਂ ਦੀਆਂ ਥੈਰੇਪੀਆਂ ਦੇ ਨਾਲ ਠੀਕ ਕਰਨਾ ਹੀ ਉਸਦਾ ਅਕੀਦਾ ਬਣ ਗਿਆ ਸੀ ਅਤੇ ਉਹ ਰਿਲੀਜੀਅਸਲੀ ਉਸਨੂੰ ਪੂਰਾ ਕਰਕੇ ਵਿਖਾਉਣਾ ਚਾਹੁੰਦੀ ਸੀ। ਸੇਵਾ ਅਤੇ ਪੂਰਨ ਵਿਸ਼ਵਾਸ ਨਾਲ ਉਸਨੇ 6 ਮਹੀਨਿਆਂ ਵਿੱਚ ਹੀ ਨਾਨੀ ਨੂੰ ਮੁੜ ਕੇ ਤੁਰਾ ਦਿੱਤਾ ਅਤੇ ਅਮਰੀਕਾ ਵੀ ਲੈ ਕੇ ਗਈ। ਨਾਨੀ ਦੀ ਇੱਛਾ ਅਨੁਸਾਰ ਮਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਸੀ। ਜਦ ਨਾਨੀ ਨੂੰ ਪਦਮ ਸ਼੍ਰੀ ਮਿਲਿਆ ਅਸੀਂ ਬਹੁਤ ਖੁਸ਼ ਸੀ ਕਿ ਉਹ ਮੁੜ ਦਿੱਲੀ ਸਾਡੇ ਕੋਲ ਆ ਰਹੀ ਹੈ। ਆਪਣੇ ਪੜਦੋਤੇ ਨੂੰ ਗੋਦੀ ਵਿੱਚ ਲੈ ਕੇ ਉਹ ਰਾਸ਼ਟਰਪਤੀ ਭਵਨ ਗਈ ਸੀ। ਬਹੁਤ ਕਮਜ਼ੋਰ ਜੀ ਹੋ ਗਈ ਸੀ। ਵੀਲ ਚੇਅਰ ਉੱਤੇ ਪਾਪਾ ਉਸਨੂੰ ਲੈ ਕੇ ਗਏ ਸੀ, ਪਰ ਉਸਨੇ ਮੇਰੇ ਬੇਟੇ ਸਹਿਜ ਨੂੰ ਗੋਦੀਓਂ ਨਹੀਂ ਲਾਇਆ। ਨਾਨੀ ਮਾਂ ਦੀ ਮੁਹੱਬਤ ਬਹੁਤ ਸੱਚੀ ਤੇ ਸੁੱਚੀ ਸੀ। ਉਸਨੇ ਆਪਣੀ ਭੈਣ ਮਨਜੀਤ ਨਾਨੀ ਦੀ ਸੇਵਾ ਕਰਕੇ ਇਹ ਵੀ ਕਰਕੇ ਵਿਖਾਇਆ ਸੀ ਕਿ ਭੈਣਾਂ ਦਾ ਪਿਆਰ ਕੀ ਹੁੰਦਾ। ਉਹ ਇਸ ਸੇਵਾ ਨੂੰ ਆਪਣਾ ਫਰਜ਼ ਸਮਝਦੀ ਸੀ, ਨਾ ਕਿ ਅਹਿਸਾਨ। ਉਹ ਕਹਿੰਦੀ ਸੀ ਜੇ ਮੈਂ ਨਹੀਂ ਕਰਾਂਗੀ ਤਾਂ ਮੇਰੀ ਭੈਣ ਦਾ ਖਿਆਲ ਹੋਰ ਕੌਣ ਕਰੇਗਾ। ਲੋਕ ਤਾਂ ਨਾਨੀ ਮਾਂ ਨੂੰ ਉਸਦੀ ਮਿੱਠੀ ਆਵਾਜ਼ ਲਈ ਜਾਣਦੇ ਹਨ, ਪਰ ਮੈਂ ਉਸਨੂੰ ਉਸਦੀਆਂ ਚੰਗਿਆਈਆਂ, ਉਸਦੀ ਦਿਲਕਸ਼ ਤਬੀਅਤ
ਹਰ ਇੱਕ ਨਾਲ ਪਿਆਰ ਕਰਨ ਵਾਲੀ ਆਦਤ ਅਤੇ ਮੈਨੂੰ ਐਸਾ ਪਿਆਰ ਦੇਣ ਵਾਲੀ ਨਾਨੀ ਜਿਸ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਉਹਦੇ ਗੁਨਾਹ ਕਰਕੇ ਜਾਣਦੀ ਹਾਂ। ਉਹਦਾ ਪਿਆਰ ਸਦਾ ਮੇਰੇ ਜੀਵਨ ਦੀ ਇੱਕ ਅਭੁੱਲ ਯਾਦ ਬਣ ਕੇ ਤਮਾਮ ਜ਼ਿੰਦਗੀ ਮੇਰੇ ਨਾਲ ਰਹੇਗਾ। I love you, ਨਾਨੀ।